ਜਿਹੜੀ ਸਕੀਮ ਅਧੀਨ ਅਸੀਂ ਮਸ਼ੀਨਰੀ ਦੇਣ ਜਾ ਰਹੇ ਹਾਂ ਉਹ ਸਕੀਮ ਦਾ ਨਾਮ ਹੈਗਾ ਇਨਸੀਟੂ CRM ਸਕੀਮ। ਇਹਦਾ ਮਤਲਬ ਇਨਸੀਟੂ ਦਾ ਮਤਲਬ ਵੀ ਪਰਾਲੀ ਜਿੱਥੇ ਹੈਗੀ ਆ ਉਹਦਾ ਉੱਥੇ ਹੀ ਪ੍ਰਬੰਧਨ ਕਰਨਾ। ਤਾਂ ਕਦੋਂ ਤੱਕ ਮਸ਼ੀਨਰੀ ਹੈ ਕਿਸਾਨਾਂ ਦੇ ਕੋਲ ਪਹੁੰਚਦੀ ਕਰੋਗੇ? ਬਲਾਕਾਂ ਨੂੰ ਜਾਂ ਕਿਸਾਨ ਵੀਰਾਂ ਨੂੰ ਅਸੀਂ ਉਹਨਾਂ ਦੇ ਪਰਮਿਟ ਇਸ਼ੂ ਕਰ ਦੇਣੇ ਆ। 26 ਸਤੰਬਰ ਤੱਕ ਜਿਹੜੀਆਂ ਮਸ਼ੀਨਾਂ ਦੀ ਖਰੀਦ ਕਰਕੇ ਉਹਨਾਂ ਦੇ ਬਿੱਲ ਜਿਹੜੇ ਆ ਸਾਨੂੰ ਬਲਾਕ ਦਫ਼ਤਰਾਂ ਦੇ ਵਿੱਚ ਜਾਂ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਵੀ ਉਹਨਾਂ ਨੂੰ ਲਾਗੇ ਪੈਂਦਾ ਉੱਥੇ ਜਮ੍ਹਾਂ ਕਰਾਉਣੇ ਆ। ਸਬਸਿਡੀ ਦਾ ਫੰਡਾ ਕੀ ਹੈ? ਸਬਸਿਡੀ ਕਿੰਨੀ ਕੁ ਮਿਲਣ ਜਾ ਰਹੀ ਹੈ ਉਹਦੇ ਉੱਤੇ ਤੇ ਕਿਹੜੇ ਆਧਾਰ ਤੇ ਮਿਲੇਗੀ? ਕਿਸਾਨ ਗਰੁੱਪਾਂ ਨੂੰ ਹੁਣ ਸਬਸਿਡੀ ਜਿਹੜੀ ਆ ਵੱਧ ਤੋਂ ਵੱਧ ਸਬਸਿਡੀ 1,57,000 ਮਿੱਥੀ ਗਈ ਆ ਤੇ ਇਕੱਲੇ ਜ਼ਿਮੀਂਦਾਰ ਲਈ ਜਿਹੜੀ ਸਬਸਿਡੀ ਆ ਉਹ 87,000 ਤੱਕ ਮਿੱਥੀ ਗਈ ਆ। ਭਾਵੇਂ ਉਹ ਕੋਈ ਵੀ ਮਸ਼ੀਨ ਲੈ ਲੇ, ਇਹ ਵੱਧ ਤੋਂ ਵੱਧ ਇੰਨੀ ਹੀ ਸਬਸਿਡੀ ਉਹਨਾਂ ਨੂੰ ਦਿੱਤੀ ਜਾਏਗੀ। ਤੁਹਾਨੂੰ ਇਹਦੇ ਨਾਲ ਕੀ ਲੱਗਦਾ ਜਦੋਂ ਮਸ਼ੀਨਰੀ ਨਹੀਂ ਸੀ ਤੇ ਜਦੋਂ ਹੈ, ਇਹਨਾਂ ਦੋਵਾਂ ਦਾ ਜਿਹੜਾ ਸਿਨੈਰੀਓ ਹੈ ਕਿੰਨਾ ਕੁ ਬਦਲਾਅ ਆਇਆ ਇਹਦੇ? ਇਸ ਤੋਂ ਪਹਿਲਾਂ ਜਿਹੜੀਆਂ ਰਵਾਇਤੀ ਮਸ਼ੀਨਾਂ ਸੀ ਉਹਨਾਂ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਵਾਰ ਵਹਾਈਆਂ ਕਰਨੀਆਂ ਪੈਂਦੀਆਂ ਸੀ। ਇਹਦੇ ਨਾਲ ਕਿਸਾਨਾਂ ਦੀ ਜਿਹੜੀ ਆ ਤੇਲ ਦੀ ਵੀ ਬਚਤ ਹੁੰਦੀ ਹੈ, ਟਰੈਕਟਰ ਜਦੋਂ ਬਾਰ-ਬਾਰ ਜਾਂਦਾ ਉਹਦੀ ਘਸਾਈ ਦੀ ਵੀ ਬਚਤ ਹੁੰਦੀ ਆ ਤੇ ਜਿਹੜਾ ਵਕਤ ਲੱਗਦਾ ਉਹਨੂੰ ਸਮਾਂ ਜਿਹੜਾ ਉਹਦਾ ਬਰਬਾਦ ਹੁੰਦਾ ਉਹ ਵੀ ਬਚਦਾ। ਜਗਬਾਣੀ ਖੇਤੀਬਾੜੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੰਦੀਪ ਲਾਦੂਕਾ। ਦੋਸਤੋ, ਅਸੀਂ ਹਫ਼ਤਾਵਾਰੀ ਚਰਚਾ ਦੇ ਵਿੱਚ ਫਿਰ ਹਾਜ਼ਰ ਹੋ ਗਏ ਹਾਂ ਤੇ ਇਸ ਵਾਰੀ ਅਸੀਂ ਜਿਹੜੀ ਚਰਚਾ ਕਰਨੀ ਹੈ ਉਹ ਕਰਨੀ ਹੈ ਮਸ਼ੀਨਰੀ ਦੇ ਉੱਤੇ। ਖੇਤੀਬਾੜੀ ਦੀ ਉਹ ਮਸ਼ੀਨਰੀ ਜਿਹੜੀ ਪਰਾਲੀ ਦੀ ਸਾਂਭ ਸੰਭਾਲ ਕਰਦੀ ਹੈ ਤੇ ਇਸ ਤੋਂ ਇਲਾਵਾ ਵੀ ਮਸ਼ੀਨਰੀ ਦੇ ਨਾਲ ਹੋਰ ਵੀ ਕਿਹੜੇ-ਕਿਹੜੇ ਕੰਮ ਲਏ ਜਾ ਸਕਦੇ ਆ। ਪਿਛਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਇਸ ਮਸ਼ੀਨਰੀ ਲਈ ਐਪਲੀਕੇਸ਼ਨਾਂ ਲਈਆਂ ਗਈਆਂ ਜਿਸ ਦੇ ਵਿੱਚ ਸਬਸਿਡੀ ਦੇਣ ਦੀ ਵੀ ਗੱਲ ਕਹੀ ਗਈ। ਹੁਣ ਇਹ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਝੋਨੇ ਦੀ ਵਾਢੀ ਦਾ ਸੀਜ਼ਨ ਹੈ ਜਿਹੜਾ ਥੋੜ੍ਹੇ ਦਿਨਾਂ ਤੱਕ ਜਾਏ, ਕਹਿ ਲਓ ਇਸ ਮਹੀਨੇ ਦੇ ਆਖਰੀ ਦਿਨਾਂ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਇਸ ਤੋਂ ਅੱਗੇ ਇਸ ਮਸ਼ੀਨਰੀ ਦੀ ਲੋੜ ਵੀ ਪੈਣੀ ਹੈ ਤੇ ਡਰਾਅ ਕੱਢੇ ਜਾ ਰਹੇ ਹੈ। ਤੇ ਸਾਡੇ ਨਾਲ ਇਸ ਪੂਰੀ ਜਾਣਕਾਰੀ ਦੇ ਲਈ ਜੁੜ ਚੁੱਕੇ ਨੇ ਸਹਾਇਕ ਖੇਤੀਬਾੜੀ ਇੰਜੀਨੀਅਰ ਨਵਦੀਪ ਸਿੰਘ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ। ਜੀ ਨਵਦੀਪ ਜੀ, ਇਹ ਜਾਣਕਾਰੀ ਦਿਓ ਕਿ ਕਿਸਾਨ ਜਿਹੜੀ ਇਹ ਮਸ਼ੀਨਰੀ ਹੈ, ਪਹਿਲਾਂ ਸਰਕਾਰ ਦੇ ਵੱਲੋਂ ਐਪਲੀਕੇਸ਼ਨਸ ਲਈਆਂ ਗਈਆਂ, ਅਪਲਾਈ ਕੀਤਾ ਗਿਆ ਕਿਸਾਨਾਂ ਦੇ ਵੱਲੋਂ, ਕੁਝ ਗਰੁੱਪਾਂ ਦੇ ਵਿੱਚ ਵੀ, ਕੁਝ ਇੰਡੀਵਿਜੂਅਲ ਕਿਸਾਨਾਂ ਨੇ ਵੀ ਅਪਲਾਈ ਕੀਤਾ ਹੋਊਗਾ। ਹੁਣ ਜਿਹੜੇ ਡਰਾਅ ਕੱਢੇ ਜਾ ਰਹੇ ਆ ਇਹਦਾ ਇੱਕ ਤਾਂ ਆਧਾਰ ਕੀ ਹੈ? ਚੁਣਿਆ ਕਿਵੇਂ ਗਿਆ ਕਿ ਇਹਨਾਂ ਕਿਸਾਨਾਂ ਨੂੰ ਹੀ ਮਸ਼ੀਨਰੀ ਦਿੱਤੀ ਜਾਣੀ ਹੈ? ਇੱਕ ਤਾਂ ਇਹ ਜਾਣਕਾਰੀ ਸਾਂਝੀ ਕਰੋ ਤੇ ਇਸ ਦੇ ਨਾਲ ਹੀ ਇਹ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿ ਕਦੋਂ ਤੱਕ ਹੈ ਕਿਸਾਨਾਂ ਤੱਕ ਮਸ਼ੀਨਰੀ ਪਹੁੰਚ ਵੀ ਜਾਊਗੀ। ਬਿਲਕੁਲ ਜੀ ਸੰਦੀਪ ਜੀ, ਜਿਹੜੀ ਸਕੀਮ ਅਧੀਨ ਅਸੀਂ ਮਸ਼ੀਨਰੀ ਦੇਣ ਜਾ ਰਹੇ ਹਾਂ ਉਹ ਸਕੀਮ ਦਾ ਨਾਮ ਹੈਗਾ ਇਨਸੀਟੂ CRM ਸਕੀਮ। ਇਹਦਾ ਮਤਲਬ ਇਨਸੀਟੂ ਦਾ ਮਤਲਬ ਵੀ ਪਰਾਲੀ ਜਿੱਥੇ ਹੈਗੀ ਆ ਉਹਦਾ ਉੱਥੇ ਹੀ ਪ੍ਰਬੰਧਨ ਕਰਨਾ, ਉਹਨੂੰ ਖੇਤ ਚੋਂ ਬਾਹਰ ਕਿਤੇ ਨਹੀਂ ਲੈ ਕੇ ਜਾਣਾ। CRM ਮੀਨਸ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ, ਵੀ ਜਿਹੜਾ ਫਸਲਾਂ ਦੀ ਰਹਿੰਦ ਖੂੰਹਦ ਰਹਿੰਦੀ ਆ ਉਹਨੂੰ ਕਿਸ ਤਰ੍ਹਾਂ ਉਹਦਾ ਸੁਚੱਜਾ ਪ੍ਰਬੰਧਨ ਕਰਨਾ। ਇਹ ਮਸ਼ੀਨਾਂ ਜਿਹੜੀਆਂ ਅਸੀਂ ਖਾਸ ਤੌਰ ਤੇ ਜਿਹੜੀ ਪੰਜਾਬ ਸਰਕਾਰ ਫੋਕਸ ਕਰ ਰਹੀ ਆ, ਪਰਾਲੀ ਦੀ ਜਿਹੜੀ ਝੋਨੇ ਦੀ ਪਰਾਲੀ ਜਿਹੜੀ ਪੰਜਾਬ ਦੇ ਵਿੱਚ ਲਗਭਗ 220 ਲੱਖ ਟਨ ਦੇ ਕਰੀਬ ਪਰਾਲੀ ਹੁੰਦੀ ਹਰ ਸਾਲ। ਜਿਹੜਾ ਅਸੀਂ ਝੋਨਾ ਲਗਭਗ 30 ਲੱਖ ਹੈਕਟੇਅਰ ਦੇ ਉੱਤੇ ਝੋਨਾ ਲੱਗਦਾ, ਉਹਦੇ ਚੋਂ ਇੰਨੀ ਪਰਾਲੀ ਜਿਹੜੀ ਪੈਦਾ ਹੁੰਦੀ ਆ ਤੇ ਉਹਦਾ ਕਿਸਾਨ ਵੀਰ ਜਿਹੜੇ ਆ ਪਹਿਲਾਂ ਕੋਈ ਉਹਨਾਂ ਕੋਲ ਕੋਈ ਹੱਲ ਨਹੀਂ ਸੀ ਇਸ ਚੀਜ਼ ਦਾ ਤੇ ਉਹ ਅੱਗ ਲਾ ਦਿੰਦੇ ਸੀ। ਅੱਗ ਨਾਲ ਆਪਣੇ ਹਵਾ ਦਾ ਪ੍ਰਦੂਸ਼ਣ, ਹੋਰ ਜਿਹੜੀਆਂ ਸਾਹ ਦੀਆਂ ਬਿਮਾਰੀਆਂ, ਚਮੜੀ ਰੋਗ ਕਾਫੀ ਇਹਦੇ ਨਾਲ ਹੋ ਜਾਂਦਾ ਸੀ। ਉਸ ਚੀਜ਼ ਨੂੰ ਰੋਕਣ ਲਈ ਜਿਹੜੀ ਆ ਇਹ ਸਕੀਮ ਜਿਹੜੀ ਆ ਪਿਛਲੇ 2 ਸਾਲਾਂ ਤੋਂ ਚੱਲ ਰਹੀ ਆ। ਉਹਦੇ ਉਸੇ ਲੜੀ ਦੇ ਵਿੱਚ ਹੀ ਇਸ ਸਾਲ ਅਸੀਂ ਜਿਹੜੀਆਂ ਮਸ਼ੀਨਾਂ ਵੀ ਦੇ ਰਹੇ ਹਾਂ। ਇਹਦੇ 'ਚ ਜਿਹੜੀਆਂ ਸਾਡੇ ਕੋਲ ਦਰਖਾਸਤਾਂ ਜਿਹੜੀਆਂ ਕਿਸਾਨ ਵੀਰਾਂ ਕੋਲੋਂ ਜਾਂ ਕਿਸਾਨ ਗਰੁੱਪਾਂ ਕੋਲੋਂ ਤੇ ਕੋਆਪਰੇਟਿਵ ਸੁਸਾਇਟੀਆਂ, ਤੇ ਇਸ ਵਾਰ ਅਸੀਂ ਇੱਕ ਨਵਾਂ ਇਹ 'ਚ ਜੋੜਿਆ ਸੀ ਵੀ ਜਿਹੜੀਆਂ ਪੰਚਾਇਤਾਂ ਵਾ, ਗ੍ਰਾਮ ਪੰਚਾਇਤਾਂ, ਉਹ ਵੀ ਜਿਹੜੀਆਂ ਇਹਦੇ 'ਚ ਅਪਲਾਈ ਕਰ ਸਕਦੀਆਂ। ਪਹਿਲਾਂ ਗ੍ਰਾਮ ਪੰਚਾਇਤਾਂ ਨੂੰ ਇਹਦੇ 'ਚ ਨਹੀਂ ਸੀ ਕੰਸੀਡਰ ਕੀਤਾ ਜਾਂਦਾ, ਪਹਿਲੀ ਵਾਰੀ ਇਹ ਸ਼ਾਮਲ ਕੀਤਾ ਗਿਆ। ਇਹ ਜਿਹੜੀਆਂ ਅਰਜ਼ੀਆਂ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ 24 ਅਗਸਤ ਤੱਕ ਜਿਹੜੀਆਂ ਲਈਆਂ ਗਈਆਂ, ਇਹਨਾਂ ਨੂੰ ਬਲਾਕ ਪੱਧਰ 'ਤੇ ਲਿਆ ਗਿਆ ਜਾਂ ਜ਼ਿਲ੍ਹਾ ਪੱਧਰ 'ਤੇ ਇਹਨਾਂ ਨੂੰ ਇਕੱਠਾ ਕੀਤਾ ਗਿਆ। ਉਹ ਜਿੰਨੀਆਂ ਵੀ ਸਾਡੇ ਕੋਲ ਅਰਜ਼ੀਆਂ ਆਈਆਂ, ਇੱਕ ਬੜੀ ਐਤਕੀ ਸਾਨੂੰ ਮਤਲਬ ਸਾਡੇ ਸੋਚਣ ਤੋਂ ਵੀ ਪਰੇ ਵੀ ਜ਼ਿਮੀਂਦਾਰਾਂ ਨੇ, ਕਿਸਾਨਾਂ ਨੇ ਇੰਨਾ ਉਤਸ਼ਾਹ ਦਿਖਾਇਆ ਵੀ ਜਿੰਨੀ ਸਾਨੂੰ ਬਜਟ ਮਿਲਿਆ ਸੀ ਸਰਕਾਰ ਵੱਲੋਂ ਉਸ ਤੋਂ 3 ਤੋਂ 4 ਗੁਣਾ ਜਿਹੜੀਆਂ ਸਾਡੇ ਕੋਲ ਅਰਜ਼ੀਆਂ ਪ੍ਰਾਪਤ ਹੋ ਗਈਆਂ। ਉਹਦੇ ਕਰਕੇ ਜਿਹੜੀ ਪਹਿਲਾਂ ਜਿਹੜੀ ਸਕੀਮ ਸੀ ਜਿਹਦੇ 'ਚ ਜੋ ਸ਼ਰਤਾਂ ਆਈਆਂ ਸੀ ਉਹਨੂੰ ਫਿਰ ਦੁਬਾਰਾ ਜਿਹੜਾ ਵਾ ਨਵੇਂ ਸਿਰਿਓਂ ਦੁਬਾਰਾ ਗਾਈਡਲਾਈਨ ਜਿਹੜੀਆਂ ਪੰਜਾਬ ਸਰਕਾਰ ਨੂੰ ਜਾਰੀ ਕਰਨੀਆਂ ਪਈਆਂ ਤਾਂ ਕਿ ਇਹਦੇ 'ਚ ਵੱਧ ਤੋਂ ਵੱਧ ਕਿਸਾਨਾਂ ਨੂੰ ਜਿਹੜਾ ਕਵਰ ਕੀਤਾ ਜਾ ਸਕੇ। ਤੁਹਾਡੇ ਕੋਲ ਜਿੰਨੀਆਂ ਅਰਜ਼ੀਆਂ ਆਈਆਂ ਉਸ ਤੋਂ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਰਾਅ ਕੱਢੇ ਜਾ ਰਹੇ ਆ ਕਿ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ। ਤੇ ਜੇ ਅਸੀਂ ਗੱਲ ਕਰੀਏ ਇੱਥੇ ਜਲੰਧਰ ਜ਼ਿਲ੍ਹੇ ਦੀ ਜਾਂ ਇਸ ਤੋਂ ਇਲਾਵਾ ਲਾਗੇ ਜਿੰਨੇ ਵੀ ਪੈਂਦੇ ਆ ਜ਼ਿਲ੍ਹੇ, ਤਾਂ ਕਦੋਂ ਤੱਕ ਮਸ਼ੀਨਰੀ ਹੈ ਕਿਸਾਨਾਂ ਦੇ ਕੋਲ ਪਹੁੰਚਦੀ ਕਰੋਗੇ ਤੁਸੀਂ?
ਬਿਲਕੁਲ ਜੀ, ਮੈਂ ਸੰਦੀਪ ਜੀ ਗੱਲ ਕਰ ਰਿਹਾ ਸੀ ਵੀ ਸਰਕਾਰ ਵੱਲੋਂ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਕਿਉਂਕਿ ਕਰੋਨਾ ਦਾ ਪ੍ਰਕੋਪ ਚੱਲ ਰਿਹਾ ਸਾਰੇ ਜਗ੍ਹਾ ਹੀ। ਉਹਨੂੰ ਵੀ ਧਿਆਨ ਰੱਖਦੇ ਹੋਏ ਸਰਕਾਰ ਵੱਲੋਂ ਨਵਾਂ ਸਿਸਟਮ ਐਤਕੀ ਕੰਪਿਊਟਰ ਬੇਸਡ ਲੋਟਰੀ ਸਿਸਟਮ ਰਾਹੀਂ ਜਿਹੜੀ ਲਾਭਪਾਤਰੀਆਂ ਦੀ ਚੋਣ ਕਰਨੀ ਸੀ ਵੀ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ 'ਚੋਂ ਅਸੀਂ ਕਿਉਂਕਿ ਸਾਡੇ ਕੋਲ ਅਰਜ਼ੀਆਂ ਬਹੁਤ ਜ਼ਿਆਦਾ ਆ ਗਈਆਂ ਸੀ, ਇਸ ਕਰਕੇ ਉਹਦੇ 'ਚ ਅਸੀਂ ਉਹਨੂੰ ਸਿਸਟਮ ਨੂੰ ਪਹਿਲਾਂ ਲੋਟਰੀ ਕਰਦੇ ਹੁੰਦੇ ਸੀ ਵੀ ਮੈਨੂਅਲੀ ਆਪ ਜਿਹੜੀ ਇਹ ਪਰਚੀਆਂ ਪਾ ਕੇ ਡੱਬੇ ਦੇ ਵਿੱਚ ਉਹਦੇ 'ਚੋਂ ਮਿਕਸ ਕਰਕੇ ਉਹਦੇ 'ਚੋਂ ਕੱਢੀ ਦੀਆਂ ਸੀ। ਪਰ ਇਸ ਵਾਰ ਜਿਹੜੀਆਂ ਹਦਾਇਤਾਂ ਸੀ ਵੀ ਕਿਸਾਨਾਂ ਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ, ਉਹਦੇ ਜਿਹੜੇ ਲਾਟਰੀ ਜਿਹੜੀ ਕੱਢਣੀ ਸੀ ਉਹ ਕੱਢਣੀ ਸੀ ਕੰਪਿਊਟਰ ਦੇ ਰਾਹੀਂ। ਉਹਦੇ ਲਈ ਫਿਰ ਸਾਨੂੰ NIC ਸੈਂਟਰ ਜਿਹੜੇ ਹਰ ਜ਼ਿਲ੍ਹੇ 'ਚ ਬਣੇ ਆ, ਉਹਨਾਂ ਦੀ ਜਿਹੜੀ ਆ ਮਾਨਯੋਗ DC ਸਾਹਿਬ ਜਿਹੜੇ ਚੇਅਰਮੈਨ ਹੈ ਸਕੀਮ ਦੇ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਆ NIC ਸੈਂਟਰਾਂ ਦੇ ਰਾਹੀਂ ਜਿਹੜੀ ਆ ਇਹ ਡਰਾ ਕੱਢੇ ਜਾਣੇ ਆ। ਜਿੱਦਾਂ ਤੁਸੀਂ ਗੱਲ ਕੀਤੀ ਜਲੰਧਰ ਜ਼ਿਲ੍ਹੇ ਦੇ ਵਿੱਚ ਅਸੀਂ ਕੱਲ ਡਰਾ ਜਿਹੜਾ ਕੱਲ ਸ਼ਾਮੀ ਪੂਰਾ ਮੁਕੰਮਲ ਕਰ ਲਿਆ। ਮਾਨਯੋਗ DC ਸਾਹਿਬ ਦੀ ਹਦਾਇਤਾਂ ਦੇ ਅਨੁਸਾਰ NIC ਸੈਂਟਰ ਦੀ ਮਦਦ ਦੇ ਨਾਲ ਇਹ ਜਿਹੜਾ ਸਾਰਾ ਡਰਾ ਤੇ ਇੱਕ ਕਮੇਟੀ ਬਣੀ ਹੁੰਦੀ ਆ ਡਿਸਟ੍ਰਿਕਟ ਲੈਵਲ ਐਗਜ਼ੀਕਿਊਟਿਵ ਕਮੇਟੀ, ਜਿਹਦੇ 'ਚ ਵੱਖ-ਵੱਖ ਅਦਾਰਿਆਂ ਤੋਂ ਜਿਹੜੇ ਮੈਂਬਰ ਸ਼ਾਮਲ ਹੁੰਦੇ ਆ। ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਸਾਨ ਵੀ ਇਹਦੇ 'ਚ ਪ੍ਰੋਗਰੈਸਿਵ ਫਾਰਮਰ ਵੀ ਜਿਹੜੇ ਇਹਦੇ 'ਚ ਮੈਂਬਰ ਹੁੰਦੇ ਆ, ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਸਾਰਾ ਕੰਪਿਊਟਰ ਰਾਹੀਂ ਜਿਹੜਾ ਸਿਸਟਮ ਜਿਹੜਾ ਵਾ ਡਰਾ ਕੱਢਿਆ ਗਿਆ। ਇਹਦੇ 'ਚ ਮੈਂ ਦੱਸਣਾ ਚਾਹਾਂਗਾ ਵੀ ਇਹਦੇ 'ਚ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਹੋਈਆਂ 26 ਸਤੰਬਰ ਤੱਕ ਅਸੀਂ ਜਿਹੜੇ ਜਿੰਨੇ ਵੀ ਡਰਾ ਵਾ ਜਿਹੜੇ ਆ ਇਹ ਇੱਕ ਜਾਂ 2 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਇਹਨਾਂ ਨੂੰ ਬਲਾਕਾਂ ਨੂੰ ਜਾਂ ਕਿਸਾਨ ਵੀਰਾਂ ਨੂੰ ਅਸੀਂ ਉਹਨਾਂ ਦੇ ਪਰਮਿਟ ਇਸ਼ੂ ਕਰ ਦੇਣੇ ਆ। ਸੈਂਕਸ਼ਨ ਲੈਟਰ ਜਿਹਨੂੰ ਕਹਿੰਦੇ ਜਾਂ ਪਰਮਿਟ ਕਹਿ ਲਓ, ਉਹ ਅਸੀਂ ਇਸ਼ੂ ਕਰ ਦੇਣੇ ਆ। ਉਹਨਾਂ ਨੇ 26 ਸਤੰਬਰ ਤੱਕ ਜਿਹੜੀਆਂ ਮਸ਼ੀਨਾਂ ਦੀ ਖਰੀਦ ਕਰਕੇ ਉਹਨਾਂ ਦੇ ਬਿੱਲ ਜਿਹੜੇ ਆ ਸਾਨੂੰ ਬਲਾਕ ਦਫ਼ਤਰਾਂ ਦੇ ਵਿੱਚ ਜਾਂ ਜ਼ਿਲ੍ਹਾ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਵੀ ਉਹਨਾਂ ਨੂੰ ਲਾਗੇ ਪੈਂਦਾ ਉੱਥੇ ਜਮ੍ਹਾਂ ਕਰਾਉਣੇ ਆ, ਤਾਂ ਕਿ ਉਹਨਾਂ ਨੂੰ ਜਿਹੜੀ ਸਬਸਿਡੀ ਹੈ ਜਿਹੜੀ 10 ਅਕਤੂਬਰ ਤੋਂ ਪਹਿਲਾਂ ਅਸੀਂ ਜਿਹੜੀ ਆ ਸਬਸਿਡੀ ਉਹਨਾਂ ਦੇ ਖਾਤਿਆਂ 'ਚ ਜਿਹੜੀ ਆ ਪਾ ਸਕੀਏ। ਜੀ, ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ 26 ਸਤੰਬਰ ਤੱਕ ਦਾ ਇੱਕ ਟੀਚਾ ਮਿੱਥਿਆ ਗਿਆ ਕਿ ਉਦੋਂ ਤੱਕ ਹੈ ਜਿਹੜਾ ਕੰਮ ਲਗਭਗ ਹੈ ਮੁਕੰਮਲ ਹੋ ਜਾਣਾ, ਜਾਂ ਉਸ ਤੋਂ ਬਾਅਦ ਵੀ ਕਿਸਾਨ ਆ ਜਿਹੜੇ ਜਮ੍ਹਾਂ ਕਰਵਾ ਸਕਦੇ ਆ। ਇਸ ਦੇ ਨਾਲ ਹੀ ਗੱਲ ਜੁੜੀ ਹੋਈ ਹੈ ਕਿ ਕਿਸਾਨਾਂ ਨੂੰ ਜਿਨ੍ਹਾਂ ਨੂੰ ਪਰਮਿਟ ਮਿਲ ਵੀ ਜਾਣੇ ਆ ਤਾਂ ਸਬਸਿਡੀ ਦੀ ਇੱਕ ਸਹੂਲਤ ਦਿੱਤੀ ਗਈ ਸੀ ਇਸ ਮਸ਼ੀਨਰੀ ਦੇ ਵਿੱਚ। ਉਹ ਸਬਸਿਡੀ ਦਾ ਫੰਡਾ ਕੀ ਹੈ, ਸਬਸਿਡੀ ਕਿੰਨੀ ਕੁ ਮਿਲਣ ਜਾ ਰਹੀ ਹੈ ਉਹਦੇ ਉੱਤੇ ਤੇ ਕਿਹੜੇ ਆਧਾਰ ਤੇ ਮਿਲੇਗੀ? ਬਿਲਕੁਲ ਜੀ, ਇਹਦੇ 'ਚ ਸੰਦੀਪ ਜੀ ਮੈਂ ਦੱਸਣਾ ਚਾਹਾਂਗਾ ਵੀ ਜਦੋਂ ਸ਼ੁਰੂ ਦੇ ਸਕੀਮ ਆਈ ਸੀ ਉਦੋਂ ਕਿਸਾਨ ਗਰੁੱਪਾਂ ਨੂੰ, ਪੰਚਾਇਤਾਂ ਨੂੰ, ਕੋਆਪਰੇਟਿਵ ਸੁਸਾਇਟੀਆਂ ਨੂੰ 80% ਸਬਸਿਡੀ ਦੇਣੀ ਸੀ। ਜੇ ਮੰਨ ਲਓ ਕੋਈ 5 ਲੱਖ ਦਾ, ਇਹਦੇ 'ਚ ਸਾਡੇ ਕੋਲ 2 ਤਰ੍ਹਾਂ ਦੇ ਗਰੁੱਪ ਸੀ। 5 ਲੱਖ ਤੱਕ ਦੀ ਮਸ਼ੀਨਰੀ ਖਰੀਦ ਸਕਦਾ ਸੀ ਜਾਂ 15 ਲੱਖ ਤੱਕ। ਜੇ ਖਰੀਦਦਾ ਸੀ ਉਹਨੂੰ 80% ਸਬਸਿਡੀ ਦੇਣੀ ਸੀ, ਮਤਲਬ 4 ਲੱਖ ਰੁਪਏ ਸਬਸਿਡੀ ਦੇਣੀ ਸੀ। ਤੇ ਜੇ ਕੋਈ ਇਕੱਲਾ ਜ਼ਿਮੀਂਦਾਰ, ਨਿੱਜੀ ਜ਼ਿਮੀਂਦਾਰ ਖਰੀਦਦਾ ਸੀ ਤੇ ਉਹਨੂੰ 50% ਸਬਸਿਡੀ ਦੇਣੀ ਸੀ। ਉਹਨੂੰ ਅਸੀਂ 2.5 ਲੱਖ ਰੁਪਏ ਸਬਸਿਡੀ ਦੇਣੀ ਸੀ। 5 ਲੱਖ ਦੀ ਮਸ਼ੀਨਾਂ ਜੇ ਵੱਖ-ਵੱਖ ਮਸ਼ੀਨਾਂ ਖਰੀਦਦਾ ਸੀ 5 ਲੱਖ ਦੀਆਂ ਤੇ ਉਹ 'ਚੋਂ 2.5 ਲੱਖ ਦੇਣੇ ਸੀ। ਪਰ ਕਿਉਂ ਸਾਡੇ ਕੋਲ ਅਰਜ਼ੀਆਂ ਦੀ ਗਿਣਤੀ ਇੰਨੀ ਜ਼ਿਆਦਾ ਆ ਗਈ ਵੀ 3 ਤੋਂ 4 ਗੁਣਾ ਜਿਹੜੀਆਂ ਅਰਜ਼ੀਆਂ ਆ ਗਈਆਂ। ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਇਹ ਆ ਵੀ ਕਿਉਂਕਿ ਕੇਸ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ, ਪੰਜਾਬ ਸਟੇਟ, ਹਰਿਆਣਾ, UP ਤੇ ਆਪਣੇ ਦਿੱਲੀ ਸਟੇਟ, ਸਾਰੀ ਇਹ ਪਾਰਟੀਆਂ ਵਾ ਉਹਦੇ 'ਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਕੋਈ ਵੀ ਪਿੰਡ ਇਹੋ ਜਿਹਾ ਨਹੀਂ ਬਚਣਾ ਚਾਹੀਦਾ ਜਿੱਥੋਂ ਤੁਹਾਡੇ ਕੋਲ ਅਰਜ਼ੀ ਪ੍ਰਾਪਤ ਹੋਈ ਆ ਤੇ ਉੱਥੇ ਤੁਸੀਂ ਮਸ਼ੀਨ ਨਹੀਂ ਦਿੱਤੀ, ਤਾਂ ਕਿ ਕਿਸੇ ਦਾ ਕੋਈ ਬਹਾਨਾ ਨਾ ਰਹਿ ਜਾਏ ਵੀ ਸਾਡੇ ਕੋਲ ਮਸ਼ੀਨਾਂ ਨਹੀਂ ਆਈਆਂ ਤੇ ਅਸੀਂ ਪਰਾਲੀ ਦਾ ਸੰਭਾਲ ਕਿੱਦਾਂ ਕਰਨੀ ਆ। ਇਸ ਕਰਕੇ ਜਿਹੜੀਆਂ ਅਸੀਂ ਇਹ ਕੋਸ਼ਿਸ਼ ਕੀਤੀ ਆ ਵੀ ਇਸ ਵਾਰ ਜਿਹੜੀਆਂ ਪ੍ਰਾਪਤ ਅਰਜ਼ੀਆਂ ਵਾ ਉਹਦੇ 'ਚ ਸਬਸਿਡੀ ਰੇਟ ਵੀ ਜਿਹੜਾ ਆਪਣੇ ਪੰਜਾਬ ਸਰਕਾਰ ਵੱਲੋਂ ਥੋੜ੍ਹਾ ਘੱਟ ਕਰ ਦਿੱਤਾ ਗਿਆ, ਤਾਂ ਕਿ ਜਿੰਨੇ ਪੈਸੇ ਆ ਉਹਨਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਦੇ ਵਿੱਚ ਵੰਡਿਆ ਜਾ ਸਕੇ। ਮੈਂ ਦੱਸਣਾ ਚਾਹਾਂਗਾ ਵੀ ਇਹਦੇ 'ਚ ਕਿਸਾਨ ਗਰੁੱਪਾਂ ਨੂੰ ਹੁਣ ਸਬਸਿਡੀ ਜਿਹੜੀ ਆ ਵੱਧ ਤੋਂ ਵੱਧ ਸਬਸਿਡੀ 1,57,000 ਮਿੱਥੀ ਗਈ ਆ ਤੇ ਇਕੱਲੇ ਜ਼ਿਮੀਂਦਾਰ ਲਈ ਜਿਹੜੀ ਸਬਸਿਡੀ ਆ ਉਹ 87,000 ਤੱਕ ਮਿੱਥੀ ਗਈ ਆ। ਭਾਵੇਂ ਉਹ ਕੋਈ ਵੀ ਮਸ਼ੀਨ ਲੈ ਲੇ, ਇਹ ਵੱਧ ਤੋਂ ਵੱਧ ਇੰਨੀ ਹੀ ਸਬਸਿਡੀ ਉਹਨਾਂ ਨੂੰ ਦਿੱਤੀ ਜਾਏਗੀ, ਤਾਂ ਕਿ ਇਹ ਸਬਸਿਡੀ ਘਟਾਉਣ ਦਾ ਇੱਕ ਮਕਸਦ ਆ ਵੀ ਇਹਦੇ ਨਾਲ ਵੱਧ ਤੋਂ ਵੱਧ ਜ਼ਿਮੀਂਦਾਰਾਂ ਨੂੰ, ਵੱਧ ਤੋਂ ਵੱਧ ਪਿੰਡਾਂ ਨੂੰ ਕਵਰ ਕਰਨਾ, ਤਾਂ ਕਿ ਮਤਲਬ ਸਬਸਿਡੀ ਦਾ ਲਾਭ ਵੱਧ ਤੋਂ ਵੱਧ ਫਾਰਮਰ ਨੂੰ, ਕਿਸਾਨਾਂ ਨੂੰ ਮਿਲ ਸਕੇ। ਇਸ ਵਾਰੀ ਗ੍ਰਾਮ ਪੰਚਾਇਤ ਨੂੰ ਵੀ ਸ਼ਾਮਲ ਤੁਸੀਂ ਕੀਤਾ, ਦੱਸਿਆ ਕਿ ਗ੍ਰਾਮ ਪੰਚਾਇਤਾਂ ਦੀਆਂ ਵੀ ਅਰਜ਼ੀਆਂ ਆਈਆਂ ਹੋਣਗੀਆਂ। ਹਾਂਜੀ, ਆਈਆਂ ਸਾਡੇ ਕੋਲ। ਹਾਂਜੀ, ਉਹਦੇ ਵਿੱਚ ਇਹ ਹੈਗਾ ਕਿ ਕਿੰਨੀ ਕੁ ਮਸ਼ੀਨ ਹੈ ਜਿਹੜੀ ਰਕਬਾ ਕਵਰ ਕਰ ਸਕਦੀ ਹੈ, ਕਿ ਗ੍ਰਾਮ ਪੰਚਾਇਤ ਕੋਲ ਜੇ 2 ਮਸ਼ੀਨਾਂ ਕੀ ਉਹ ਪਿੰਡ ਦੇ 100 ਏਕੜ ਦਾ ਰਕਬਾ ਪੂਰਾ ਕਰ ਲੈਣਗੇ ਜਾਂ ਉਹਨਾਂ ਨੂੰ ਫਿਰ ਵੀ ਘਾਟ ਰਹੂਗੀ, ਅਗਲੀ ਵਾਰੀ ਇਸ ਦੇ ਵਿੱਚ ਕੋਈ ਪੂਰਾ ਕੀਤਾ ਜਾਵੇ? ਬਿਲਕੁਲ ਜੀ, ਇਹਦੇ 'ਚ ਮੈਂ ਦੱਸਣਾ ਚਾਹਾਂਗਾ ਵੀ ਜਿਹੜੇ ਕਿਸਾਨ ਗਰੁੱਪ ਬਣਾਏ ਸੀ ਇਸੇ ਮਕਸਦ ਨਾਲ ਬਣਾਏ ਗਏ ਸੀ ਵੀ ਫਾਰਮਰ ਇਕੱਠੇ ਹੋ ਕੇ ਜਿਹੜੀ ਆ ਇਹ ਮਸ਼ੀਨਾਂ ਦਾ ਜਿਹੜਾ ਲਾਭ ਲੈ ਸਕਣ ਤੇ ਉਹਨਾਂ ਦੇ ਉੱਤੇ ਜਿਹੜਾ ਵਿੱਤੀ ਬੋਝ ਆ, ਜਿਹੜਾ ਮਸ਼ੀਨ ਦੀ ਖਰੀਦ ਵੇਲੇ ਜਿਹੜਾ ਉਹਨਾਂ ਨੂੰ ਖਰਚ ਕਰਨਾ ਪੈਂਦਾ, ਉਹ ਘਟ ਜੇ। ਉਹਦੇ 'ਚ ਮੈਂ ਦੱਸਣਾ ਚਾਹਾਂਗਾ ਵੀ ਜਿਹੜੀਆਂ ਮਸ਼ੀਨਾਂ ਪ੍ਰਾਇਓਰਟੀ ਮਸ਼ੀਨਾਂ, ਜਿਹੜੀ ਅਸੀਂ ਮਸ਼ੀਨਾਂ ਦੀ ਵੀ ਤਰਜੀਹ ਬਣਾਤੀ ਹੈ ਵੀ ਕਿਹੜੀਆਂ ਮਸ਼ੀਨਾਂ ਨੂੰ ਤਰਜੀਹ ਦੇਣੀ ਆ। ਉਹਦੇ 'ਚ ਸੁਪਰ ਸੀਡਰ ਮਸ਼ੀਨਾਂ ਵਾ, ਮਲਚਰ ਆ, ਜਿਹੜੀ ਪਲਟਾਵੀਂ ਹਲ ਜਿਹਨੂੰ MB ਪਲਾਓ ਕਹਿੰਦੇ ਆ, ਤੇ ਉਸ ਤੋਂ ਇਲਾਵਾ ਸੁਪਰ SMS ਜਿਹੜੀ
ਤੇ ਇੱਕ ਨਾਲ ਹੈਪੀ ਸੀਡਰ। ਇਹਨਾਂ ਮਸ਼ੀਨਾਂ ਨੂੰ ਅਸੀਂ ਜਿਹੜੀ ਤਰਜੀਹ ਦੇ ਆਧਾਰ ਤੇ ਜਿਹੜੀ ਆ ਕਿਸਾਨਾਂ ਨੂੰ ਦੇ ਰਹੇ ਹਾਂ। ਤੇ ਇੱਕ ਪੰਚਾਇਤ ਜੇਕਰ ਸੁਪਰ ਸੀਡਰ ਦੀ ਮੈਂ ਐਗਜ਼ਾਮਪਲ ਲੈ ਲਾਂ, ਕਿਉਂਕਿ ਬੜੀ ਹਰਮਨ ਪਿਆਰੀ ਹੋ ਰਹੀ ਹੈ ਮਸ਼ੀਨ, ਪਿਛਲੇ ਸਾਲ ਪਹਿਲੀ ਵਾਰ ਲਾਂਚ ਕੀਤੀ ਗਈ ਸੀ ਤੇ ਕਿਸਾਨਾਂ ਨੇ ਬੜਾ ਇਹਦੇ 'ਚ ਲਾਹਾ ਵੀ ਖੱਟਿਆ, ਹਾਂ ਪਰਮਾ ਹੰਗਾਰਾ ਦੇ ਰਿਹਾ ਇਸ ਵਾਰ ਉਹਨੂੰ। ਉਸ ਮਸ਼ੀਨ ਦੇ ਨਾਲ ਅਸੀਂ ਰੋਜ਼ਾਨਾ ਜਿਹੜੀ ਆ 7 ਤੋਂ 8 ਏਕੜ ਜਿਹੜੀ ਆ ਬਿਜਾਈ ਕਰ ਸਕਦੇ ਹਾਂ ਕਣਕ ਦੀ। ਬਹੁਤ ਵਧੀਆ ਮਸ਼ੀਨ ਆ, ਬਿਨਾਂ ਕਿਸੇ ਹੋਰ ਵਹਾਈਆਂ ਦੀ ਲੋੜ ਨਹੀਂ। ਕੰਬਾਈਨ ਦੇ ਨਾਲ ਝੋਨਾ ਕੱਟਿਆ ਜਾ ਰਿਹਾ, ਉਹਦੇ ਨਾਲ ਹੀ ਅਸੀਂ ਜਿਹੜੀ ਆ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਉਸੇ ਵਕਤ ਹੀ ਕਰ ਸਕਦੇ ਹਾਂ। ਜੇ ਰੋਜ਼ਾਨਾ 8 ਏਕੜ ਕਰੀਏ ਤੇ ਜੇ 30 ਦਿਨ ਵੀ ਮਸ਼ੀਨ ਚੱਲੇ ਜਾਂ 25 ਦਿਨ ਵੀ ਚੱਲੇ ਤੇ 200 ਏਕੜ ਇੱਕ ਮਸ਼ੀਨ ਜਿਹੜੀ ਆ ਕਰ ਸਕਦੀ ਆ। ਤੇ ਇੱਕ ਪੰਚਾਇਤ ਦੀ ਜੇ ਜਿੰਨੀ ਵੀ ਉਹਦੀ ਮਲਕੀਅਤ ਹੈਗੀ ਆ, ਉਸ ਤਰੀਕੇ ਨਾਲ ਉਹ ਆਪਣੀਆਂ ਮਸ਼ੀਨਾਂ ਦੀ ਜਿਹੜੀ ਆ ਉਹ ਦੇਖ ਸਕਦਾ ਵੀ ਕਿੰਨੀ ਮਸ਼ੀਨਾਂ ਦੀ ਉਹਨੂੰ ਲੋੜ ਆ, ਤਾਂ ਕਿ ਇਹ ਰਲ ਕੇ ਇਹਦੇ 'ਚ ਸਾਨੂੰ ਇਕੱਠੇ ਹੋ ਕੇ ਚੱਲਣਾ ਪਏਗਾ, ਤਾਂ ਹੀ ਅਸੀਂ ਮਸ਼ੀਨਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਾਂ। ਜੀ, ਇਸ ਮਸ਼ੀਨਰੀ ਦਾ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਵੀ, ਕੋਈ ਪਿਛਲੇ ਸਾਲਾਂ ਤੋਂ ਵੀ ਇਹ ਕੰਮ ਤਾਂ ਚੱਲ ਰਿਹਾ, ਚਾਹੇ ਗ੍ਰਾਮ ਪੰਚਾਇਤ ਨੂੰ ਹੁਣ ਜਿਹੜਾ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਮਸ਼ੀਨਾਂ ਦਾ ਜਦੋਂ ਮਸ਼ੀਨਾਂ ਨਹੀਂ ਸੀ ਇਹ ਜਾਂ ਮਸ਼ੀਨਰੀ ਦੀ ਵਰਤੋਂ ਨਹੀਂ ਹੋ ਰਹੀ ਸੀ ਇਸ ਕਦਰ, ਜਦੋਂ ਪਰਾਲੀ ਨੂੰ ਅੱਗ ਬੜੇ ਵੱਡੇ ਪੱਧਰ ਤੇ ਲੱਗਦੀ ਸੀ, ਹੁਣ ਕਿਸਾਨ ਵੀ ਜਾਗਰੂਕ ਹੋਏ ਆ, ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਕਹਿ ਸਕਦੇ ਹੋ ਉਹ ਘੱਟ ਦੇਖਣ ਨੂੰ ਮਿਲਦੀਆਂ ਜਾਂ ਫਰਕ ਪਿਆ। ਤੁਹਾਨੂੰ ਇਹਦੇ ਨਾਲ ਕੀ ਲੱਗਦਾ, ਜਦੋਂ ਮਸ਼ੀਨਰੀ ਨਹੀਂ ਸੀ ਤੇ ਜਦੋਂ ਹੈ, ਇਹਨਾਂ ਦੋਵਾਂ ਦਾ ਜਿਹੜਾ ਸਿਨੈਰੀਓ ਹੈ ਕਿੰਨਾ ਕੁ ਬਦਲਾਅ ਆਇਆ ਇਹਦੇ ਵਿੱਚ? ਬਿਲਕੁਲ ਜੀ, ਇਹਦੇ 'ਚ ਸੰਦੀਪ ਜੀ ਜਦੋਂ ਨਹੀਂ ਸੀ ਮਸ਼ੀਨਾਂ ਜਿਹੜੀਆਂ ਹੁਣ ਦੇ ਰਹੇ ਹਾਂ, ਕਿਉਂਕਿ ਇਹ ਬੜੀਆਂ ਆਧੁਨਿਕ ਮਸ਼ੀਨਾਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਸਾਰੀਆਂ ਆਧੁਨਿਕ ਮਸ਼ੀਨਾਂ। ਇਸ ਤੋਂ ਪਹਿਲਾਂ ਜਿਹੜੀਆਂ ਰਵਾਇਤੀ ਮਸ਼ੀਨਾਂ ਸੀ ਉਹਨਾਂ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਵਾਰ ਵਹਾਈਆਂ ਕਰਨੀਆਂ ਪੈਂਦੀਆਂ ਸੀ, ਜਿੱਦਾਂ ਤਵੀਆਂ ਦੇ ਨਾਲ, ਟਿਲਰਾਂ ਦੇ ਨਾਲ ਬਾਰ-ਬਾਰ ਉਹਨੂੰ ਪਰਾਲੀ ਨੂੰ ਜਿਹੜੇ ਆ 5-5 6-6 ਵਾਰ ਉਹਨੂੰ ਖੇਤ ਦੇ ਵਿੱਚ ਜਾਣਾ ਪੈਂਦਾ ਸੀ, ਫਿਰ ਜਾ ਕੇ ਪਰਾਲੀ ਜਿਹੜੀ ਆ ਉਹ ਉਹਨੂੰ ਗਲਦੀ ਸੀ। ਇਹ ਮਸ਼ੀਨਾਂ ਇਸ ਤਰੀਕੇ ਦੀਆਂ ਵੀ ਇਹਨਾਂ ਨਾਲ ਇੱਕ ਵਾਰ ਦੇ ਵਿੱਚ ਹੀ, ਇੱਕ ਆਪਰੇਸ਼ਨ ਦੇ ਵਿੱਚ ਹੀ ਅਸੀਂ ਜਿਹੜੀ ਇਹ ਕਣਕ ਦੀ ਬਿਜਾਈ ਵੀ ਕਰ ਲੈਂਦੇ ਹਾਂ ਤੇ ਪਰਾਲੀ ਵੀ ਸੰਭਾਲ ਲੈਂਦੇ ਹਾਂ। ਇਹਦੇ ਇਸ ਕਰਕੇ ਤਾਂ ਹੀ ਇਹਨਾਂ ਨੂੰ ਅਸੀਂ ਆਧੁਨਿਕ ਜਾਂ ਸੁਧਰੀਆਂ ਮਸ਼ੀਨਾਂ ਕਹਿ ਸਕਦੇ ਹਾਂ। ਤੇ ਇਹ ਪਿਛਲੇ ਜਿਹੜੇ ਰਵਾਇਤੀ ਤਰੀਕਿਆਂ ਦੀਆਂ ਮਸ਼ੀਨਾਂ ਨੂੰ ਜਿਹੜਾ ਵਾ ਸਾਰੇ ਹੀ ਮਤਲਬ ਜਿਹੜੇ ਆਪਰੇਸ਼ਨ ਖਤਮ ਕਰਕੇ, ਇਹਦੇ ਨਾਲ ਕਿਸਾਨਾਂ ਦੀ ਜਿਹੜੀ ਆ ਤੇਲ ਦੀ ਵੀ ਬਚਤ ਹੁੰਦੀ ਹੈ, ਟਰੈਕਟਰ ਜਦੋਂ ਬਾਰ-ਬਾਰ ਜਾਂਦਾ ਉਹਦੀ ਘਸਾਈ ਦੀ ਵੀ ਬਚਤ ਹੁੰਦੀ ਆ, ਤੇ ਜਿਹੜਾ ਵਕਤ ਲੱਗਦਾ ਉਹਨੂੰ, ਸਮਾਂ ਜਿਹੜਾ ਉਹਦਾ ਬਰਬਾਦ ਹੁੰਦਾ ਉਹ ਵੀ ਬਚਦਾ। ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਖੇਤੀ ਦੇ ਖਰਚਿਆਂ ਦੇ ਉੱਤੇ ਜਿਹੜੀ ਨੱਥ ਪੈਂਦੀ ਆ। ਜੇ ਖੇਤੀ ਦੇ ਖਰਚੇ ਘਟਾਵਾਂਗੇ ਤਾਂ ਹੀ ਕਿਸਾਨ ਦੀ ਆਮਦਨ 'ਚ ਵਾਧਾ ਕੀਤਾ ਜਾ ਸਕਦਾ। ਸੋ ਇਹ ਮਸ਼ੀਨਾਂ ਜਿਹੜੀਆਂ ਕਿਸਾਨ ਦੀ ਆਮਦਨ 'ਚ ਕਿਤੇ ਨਾ ਕਿਤੇ ਜਿਹੜਾ ਵਾਧਾ ਕਰਨਗੀਆਂ। ਜੀ, ਕਿਸਾਨਾਂ ਨੂੰ ਇਸ ਦਾ ਫਾਇਦਾ ਵੀ ਹੋਵੇ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਤੱਕ ਸਾਡੀ ਇਹ ਗੱਲ ਪਹੁੰਚ ਰਹੀ ਹੈ ਤਾਂ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਤੁਸੀਂ ਵੀ ਲਾਹਾ ਖੱਟ ਸਕਦੇ ਹੋ। ਹਾਂ ਨਵਦੀਪ ਜੀ, ਜੇ ਕੋਈ ਅਖੀਰ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋ ਕਿਸਾਨ ਵੀਰਾਂ ਨੂੰ ਜਿਹੜੇ ਮਸ਼ੀਨਰੀ ਦੀ ਵਰਤੋਂ ਅਜੇ ਨਹੀਂ ਕਰ ਰਹੇ, ਤੇ ਉਹਨਾਂ ਨੂੰ ਕਿਉਂ ਕਰਨੀ ਚਾਹੀਦੀ ਹੈ, ਔਰ ਜਿਹੜੇ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਸ ਵਾਰੀ ਵੀ ਅਪਲਾਈ ਕੀਤਾ ਸੀ, ਤੇ ਉਹਨਾਂ ਲਈ ਕੋਈ ਜ਼ਰੂਰੀ ਹਦਾਇਤਾਂ? ਬਿਲਕੁਲ ਜੀ, ਮਸ਼ੀਨਾਂ ਜਿਹੜੀਆਂ ਵੀ ਅਸੀਂ ਦੇਵਾਂਗੇ, ਅਸੀਂ ਬੇਨਤੀ ਕਰਾਂਗੇ ਕਿਸਾਨਾਂ ਨੂੰ ਵੀ ਇਹ ਸਾਰੇ ਰਲ ਕੇ ਇਹਦਾ ਜਿਹੜਾ ਫਾਇਦਾ ਲੈਣ, ਕਿਉਂਕਿ ਮਸ਼ੀਨਰੀ ਜੇ ਵਰਤੀ ਜਾਏਗੀ ਤਾਂ ਹੀ ਉਦੋਂ ਸਾਡੇ ਲਈ ਲਾਹੇਵੰਦ ਆ। ਖੜੀ ਮਸ਼ੀਨ ਜਿਹੜੀ ਆ ਉਹਦਾ ਸਾਨੂੰ ਕੋਈ ਫਾਇਦਾ ਨਹੀਂ। ਦੂਸਰੀ ਗੱਲ, ਜਿਹੜੇ ਅਸੀਂ ਡਰਾ ਕੱਢ ਰਹੇ ਹਾਂ, ਅਸੀਂ ਇਹਨਾਂ ਦੀਆਂ ਲਿਸਟਾਂ ਜਿਹੜੀਆਂ ਆਪਣੇ ਬਲਾਕਾਂ 'ਚ ਭੇਜ ਰਹੇ ਹਾਂ। ਅਸੀਂ ਇਹ ਵੀ ਨਾਲ ਉਹਨਾਂ ਨੂੰ ਬਲਾਕਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਵੀ ਇਹ ਜਿਹੜੀਆਂ ਆਪਾਂ ਕੰਪਿਊਟਰ ਰਾਹੀਂ ਜਿਹੜੀ ਲੋਟਰੀ ਕੱਢੀ ਆ, ਇਹਨਾਂ ਦੀਆਂ ਲਿਸਟਾਂ ਤੁਸੀਂ ਆਪਣੇ ਦਫ਼ਤਰਾਂ ਦੇ ਬਾਹਰ ਜਿਹੜੀਆਂ ਕੰਧਾਂ 'ਤੇ ਚਿਪਕਾ ਦਿਓ, ਤਾਂ ਕਿ ਕਿਸਾਨ ਜਿਹੜੇ ਆ ਕੇ ਸਿੱਧਾ ਹੀ ਦੇਖ ਸਕਣ ਵੀ ਮੇਰੀ ਸਿਲੈਕਸ਼ਨ ਹੋਈ, ਕਿਹੜੇ ਨੰਬਰ ਤੇ ਮੇਰੀ ਸਿਲੈਕਸ਼ਨ ਹੋਈ ਆ। ਉਹਦੇ 'ਚ ਅਸੀਂ ਪਾਰਦਰਸ਼ਤਾ ਵੀ ਆਪਣੀ ਕਾਇਮ ਰੱਖ ਸਕਦੇ ਹਾਂ ਤੇ ਕਿਸਾਨਾਂ ਲਈ ਵੀ ਬੜਾ ਸੌਖਾ ਰਹੇਗਾ ਵੀ ਆਪਣੀ ਚੀਜ਼ ਦੇਖਣੀ। ਉਸ ਤੋਂ ਬਾਅਦ ਜਿਹੜੀ ਵੀ ਮਸ਼ੀਨ ਖਰੀਦਣੀ ਆ, ਕਿਸਾਨ ਆਜ਼ਾਦ ਆ। ਕਿਸੇ ਮਹਿਕਮੇ ਵੱਲੋਂ ਜਿਹੜੀਆਂ ਫਰਮਾਂ, ਜਿਹੜੀਆਂ 100 ਤੋਂ ਵੀ ਵੱਧ ਫਰਮਾਂ ਜਿਹੜੀਆਂ ਇੰਪੈਨਲ ਕੀਤੀਆਂ ਹੋਈਆਂ ਇੱਕ ਮਸ਼ੀਨ ਲਈ, ਕਿਸਾਨ ਕਿਸੇ ਵੀ ਫਰਮ ਤੋਂ ਜਾ ਕੇ ਮਸ਼ੀਨ ਖਰੀਦ ਸਕਦਾ। ਉਹਨੂੰ ਕਿਸੇ ਵੀ ਦਬਾਅ 'ਚ ਆਉਣ ਦੀ ਲੋੜ ਨਹੀਂ, ਉਹ ਆਪਣੀ ਮਰਜ਼ੀ ਨਾਲ, ਆਜ਼ਾਦੀ ਨਾਲ ਕਿਤੋਂ ਵੀ ਮਸ਼ੀਨ ਖਰੀਦ ਸਕਦਾ। ਇਹ ਜ਼ਰੂਰ ਚੀਜ਼ਾਂ ਦਾ ਧਿਆਨ ਰੱਖੋ ਵੀ ਜਿਹੜੀ ਮਸ਼ੀਨ ਲੈਣੀ ਆ ਉਹਦੀ ਵੱਧ ਤੋਂ ਵੱਧ ਵਰਤੋਂ ਜਿਹੜੀ ਆ ਆਉਣ ਵਾਲੇ ਸੀਜ਼ਨ 'ਚ ਕੀਤੀ ਜਾ ਸਕੇ, ਤਾਂ ਕਿ ਉਹਦਾ ਫਾਇਦਾ ਵੀ ਲਿਆ ਜਾ ਸਕੇ ਤੇ ਜਿਹੜੇ ਉਹਦੇ ਨਾਲ ਖੇਤੀ ਖਰਚੇ ਘਟਣੇ ਆ ਉਹ ਵੀ ਅਸੀਂ ਬਚਾ ਸਕੀਏ। ਜੀ ਨਵਦੀਪ ਜੀ, ਤੁਸੀਂ ਸਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਜੀ, ਇਹ ਸਨ ਸਾਡੇ ਨਾਲ ਸਹਾਇਕ ਖੇਤੀਬਾੜੀ ਇੰਜੀਨੀਅਰ ਨਵਦੀਪ ਸਿੰਘ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜੀਆਂ ਮਸ਼ੀਨਾਂ ਦੀ ਵਰਤੋਂ ਕਿਸਾਨਾਂ ਨੂੰ ਕਰਨੀ ਵੀ ਚਾਹੀਦੀ ਹੈ ਤੇ ਉਸ ਦਾ ਲਾਹਾ ਲੈਣਾ ਵੀ ਚਾਹੀਦਾ। ਉਸ ਬਾਬਤ ਕਿੰਨੀ ਤਰੀਕ ਨੂੰ ਤੁਸੀਂ ਕਿੱਥੇ ਜਾ ਕੇ ਆਪਣਾ ਜਿਹੜਾ ਸੰਪਰਕ ਕਰਨਾ ਜਿਹਦੇ ਨਾਲ ਮਸ਼ੀਨਰੀ ਤੁਹਾਡੇ ਘਰ ਹੋਵੇਗੀ, ਜਾਂ ਇਹ ਕਹਿ ਲਓ ਕਿ ਤੁਸੀਂ ਖੇਤਾਂ ਦੇ ਵਿੱਚ ਵਰਤਣ ਲਈ ਤਿਆਰ ਹੋਵੋਗੇ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ। ਖੇਤੀਬਾੜੀ ਨਾਲ ਜੁੜੀ ਹਰ ਖਬਰ ਤੇ तमाम ਜਾਣਕਾਰੀ ਲਈ ਹੁਣੇ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਜਗਬਾਣੀ ਖੇਤੀਬਾੜੀ, ਤੇ ਨਾਲ ਹੀ YouTube ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਸਮੇਂ ਸਿਰ ਤੁਹਾਨੂੰ ਅਹਿਮ ਜਾਣਕਾਰੀ ਮਿਲਦੀ ਰਹੇ।